इशरत कई लोग ये कहते हैं ਜਿਹੜੇ ਨਵੇਂ ਇੰਡੀਆ 'ਚੋਂ ਆਏ ਹੋਣ ਕਿ ਵੀ ਜਿੰਨਾ ਕ੍ਰਾਈਮ ਦੀਆਂ ਰਿਪੋਰਟਾਂ ਅਸੀਂ ਇੱਥੇ ਸੁਣਦੇ ਹਾਂ ਹਰ ਰੋਜ਼, ਅਸੀਂ ਇੰਡੀਆ 'ਚ ਰਹਿੰਦੇ ਹਾਂ ਜਾਂ ਪੰਜਾਬ 'ਚ ਰਹਿੰਦੇ ਹਾਂ, ਇੰਨਾ ਕ੍ਰਾਈਮ ਰੋਜ਼ ਅਸੀਂ ਨਹੀਂ ਸੀ ਦੇਖਦੇ, ਈਵਨ ਜਿਹੜੇ ਕੰਟਰੀ ਦੇ ਬਿਗ ਸਿਟੀਜ਼ ਨੇ। ਪੰਜਾਬ ਤੇ ਕੈਨੇਡਾ ਦੀ ਪੋਪੂਲੇਸ਼ਨ ਲਗਭਗ ਆਬਾਦੀ ਸਿਮਿਲਰ ਹੈ। ਸੋ ਪੰਜਾਬ 'ਚ ਕ੍ਰਾਈਮ ਰੇਟ 242 ਹੈ, ਕੈਨੇਡਾ 'ਚ ਕ੍ਰਾਈਮ ਰੇਟ 1086 ਹੈ। ਸਪੈਸੀਫਿਕਲੀ GTA ਦੀ ਗੱਲ ਕਰ ਰਹੇ ਹਾਂ ਤਾਂ ਜਿਵੇਂ ਤੁਸੀਂ ਕਿਹਾ, ਕੋਈ ਸ਼ਾਇਦ ਹੀ ਵਿਰਲਾ ਦਿਨ ਹੁੰਦਾ ਜਦੋਂ ਕ੍ਰਾਈਮ ਅਕਰ ਨਹੀਂ ਕਰ ਰਿਹਾ। ਸਾਲ 2023 ਦੇ ਪਹਿਲੇ 7 ਦਿਨਾਂ ਦੌਰਾਨ ਹੀ ਬਰੈਂਪਟਨ ਅਤੇ ਮਿਸਿਸਾਗਾ ਦੋ ਸ਼ਹਿਰਾਂ 'ਚ 95 ਕਾਰਾਂ ਚੋਰੀ ਹੋ ਚੁੱਕੀਆਂ ਸਨ ਤੇ ਇੱਕ ਰਿਪੋਰਟ ਮੁਤਾਬਕ ਓਨਟਾਰੀਓ 'ਚ ਹਰ 48 ਮਿੰਟ 'ਚ ਇੱਕ ਕਾਰ ਚੋਰੀ ਹੁੰਦੀ ਹੈ। ਤੇ ਕਾਰ ਚੋਰੀ, ਕਾਰ ਜੈਕਿੰਗ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਬਾਕੀ ਕ੍ਰਾਈਮ ਦੀ, ਤਾਂ ਕੋਈ ਵਿਰਲਾ ਦਿਨ ਹੋਏਗਾ ਜਦੋਂ GTA 'ਚੋਂ ਸ਼ੂਟਿੰਗ ਦੀ, ਸਟੈਬਿੰਗ ਦੀ ਜਾਂ ਹੋਰ ਕਿਸੇ ਵਾਇਲੈਂਸ ਦੀ ਕੋਈ ਰਿਪੋਰਟ ਨਾ ਆਏ। ਸੋ ਇਸ ਸਿਚੁਏਸ਼ਨ ਨੇ ਮੁਲਕ 'ਚ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਫਿਕਰਮੰਦੀ ਵੀ ਪੈਦਾ ਕਰ ਦਿੱਤੀ ਹੈ ਕਿ ਕੀ ਕੈਨੇਡਾ ਰਹਿਣ ਵਾਸਤੇ ਇੱਕ ਸੇਫ ਮੁਲਕ ਬਣਿਆ ਰਹੇਗਾ ਜਾਂ ਇਹ ਇੱਥੇ ਜਿਹੜੀ ਲਾਈਫ ਦੀ ਸੇਫਟੀ ਹੈ ਉਹ ਖਤਰੇ 'ਚ ਪੈ ਜਾਏਗੀ। ਇਸ ਬਾਰੇ ਅੱਜ ਅਸੀਂ ਗੱਲਬਾਤ ਕਰਨੀ ਹੈ। इस कॉम्प्लीकेटेड ते गुंझलदार मसले बारे गलबात शुरू करन तो पहला कुछ नंबर असीं शेयर करते हैं तो साडे टीम मैंबर इशरत होरां ने कुछ नंबर्स इकट्ठे कीते ने ते की सीन की है GTA दी गल करिए जां ओवरऑल ओनटारियो जां कंट्री दी। जी बहुत धन्यवाद शमील जी। बिल्कुल ਜਿਹੜੇ आंकड़े ने ਮੈਨੂੰ ਲੱਗਦਾ ਬਹੁਤ ਫਿਕਰ ਕਰਨ ਦੀ ਸਾਨੂੰ ਲੋੜ ਹੈ, ਕਿਉਂਕਿ ਜਿਵੇਂ ਤੁਸੀਂ ਆਟੋ ਥੈਫਟ ਦੀ ਗੱਲ ਸ਼ੁਰੂ ਕੀਤੀ ਤਾਂ ਪੀਲ ਰੀਜਨ ਵਿੱਚ ਹਰ ਰੋਜ਼ 16 ਆਟੋ ਥੈਫਟ ਦੇ ਕੇਸ ਸਾਹਮਣੇ ਆਏ ਪਿਛਲੇ ਸਾਲ ਦੀ ਜੇ ਗੱਲ ਕਰੀਏ। ਟੋਰਾਂਟੋ ਵਿੱਚ ਇਹ ਆંકੜਾ ਹੋਰ ਵੀ ਜ਼ਿਆਦਾ ਹੈ, ਯਾਨੀ ਕਿ 26 ਆਟੋ ਥੈਫਟ ਦੇ ਮਸਲੇ ਹਰ ਦਿਨ। ਤੇ ਓਨਟਾਰੀਓ ਤੁਸੀਂ ਬਿਲਕੁਲ ਸਹੀ ਕਿਹਾ, ਹਰ 48 ਮਿੰਟ ਇੱਕ ਗੱਡੀ ਚੋਰੀ ਹੋਣ ਦੀ ਖਬਰ ਮਿਲਦੀ ਹੈ। ਸੋ ਇਹ ਸਟੈਟਸ ਬਹੁਤ ਵਰਿੰਗ ਨੇ ਤੇ ਇਹ ਵੀ ਦੱਸ ਦਵਾਂ ਕਿ ਪਿਛਲੇ ਸਾਲ ਦੇ ਮੁਕਾਬਲੇ 'ਚ 2022 ਦੀ ਗੱਲ ਕਰੀਏ ਤਾਂ ਹੋਮੀਸਾਈਡ ਦੇ ਮਸਲੇ ਜਿਹਦੇ 'ਚ ਕਿਸੇ ਦੀ ਮੌਤ ਹੋ ਰਹੀ ਹੈ ਉਹ ਆਲਮੋਸਟ ਡਬਲ ਹੋ ਗਏ ਸੀਗੇ 2021 ਤੋਂ। ਸੋ ਇਹਨਾਂ ਦਿਨਾਂ 'ਚ ਹੁਣ ਆਪਾਂ ਜੇ ਲਾ ਲਈਏ ਤਾਂ ਬਹੁਤ ਜ਼ਿਆਦਾ, ਤੁਸੀਂ ਜਿਵੇਂ ਦੱਸਿਆ ਜਨਵਰੀ 'ਚ ਹੀ ਬਹੁਤ ਜ਼ਿਆਦਾ ਕੇਸ ਆ ਗਏ ਨੇ। ਸੋ ਇਹ ਬਹੁਤ ਹੀ ਮੈਨੂੰ ਲੱਗਦਾ ਵਰਿੰਗ ਸਟੈਟਿਸਟਿਕਸ ਨੇ ਇਸ ਵੇਲੇ। और ये गल इकल्ली GTA की गल नहीं है, बिल्कुल बाकी जोड़े बिग सिटीज़ ने कंट्री दे उत्थे भी क्राइम की हालत जोड़ा है कोई चंगी नहीं है। जी बिल्कुल तुसी सही कहा है। कैनेडा विच जे गल करिए तां जे सारी वायलेशनस की गल करिए जिन्ना क्राइम है ਤਾਂ 4,23,000 केस एक साल ਵਿੱਚ ਆਏ ਕੈਨੇਡਾ ਦੇ ਵਿੱਚ ਜੇ ਆਪਾਂ ਗੱਲ ਕਰੀਏ। ਤੇ ਉੱਥੇ ਹੀ ਓਨਟਾਰੀਓ ਕੱਲੇ ਦੇ ਵਿੱਚ ਲਗਭਗ 1,20,000 ਕ੍ਰਾਈਮ ਦੇ ਕੇਸ ਇੱਕ ਪੂਰੇ ਸਾਲ ਪਿਛਲੇ ਸਾਲ ਵਿੱਚ ਆਏ। ਤੇ ਬਿਲਕੁਲ ਪੂਰੇ ਦੇਸ਼ ਦੀ, ਤੇ ਆਪਾਂ ਜੇ ਸਪੈਸੀਫਿਕਲੀ GTA ਦੀ ਗੱਲ ਕਰ ਰਹੇ ਹਾਂ ਤਾਂ ਜਿਵੇਂ ਤੁਸੀਂ ਕਿਹਾ ਕੋਈ ਸ਼ਾਇਦ ਹੀ ਵਿਰਲਾ ਦਿਨ ਹੁੰਦਾ ਜਦੋਂ ਕ੍ਰਾਈਮ ਅਕਰ ਨਹੀਂ ਕਰ ਰਿਹਾ। ਮੈਨੂੰ ਆਪਣਾ ਇਸ਼ਰਤ ਕਈ ਲੋਕ ਇਹ ਕਹਿੰਦੇ ਨੇ ਜਿਹੜੇ ਨਵੇਂ ਇੰਡੀਆ 'ਚੋਂ ਆਏ ਹੋਣ ਕਿ ਵੀ ਜਿੰਨਾ ਕ੍ਰਾਈਮ ਦੀਆਂ ਰਿਪੋਰਟਾਂ ਅਸੀਂ ਇੱਥੇ ਸੁਣਦੇ ਹਾਂ ਹਰ ਰੋਜ਼, ਅਸੀਂ ਇੰਡੀਆ 'ਚ ਰਹਿੰਦੇ ਹਾਂ ਜਾਂ ਪੰਜਾਬ 'ਚ ਰਹਿੰਦੇ ਹਾਂ, ਇੰਨਾ ਕ੍ਰਾਈਮ ਰੋਜ਼ ਅਸੀਂ ਨਹੀਂ ਸੀ ਦੇਖਦੇ, ਈਵਨ ਜਿਹੜੇ ਕੰਟਰੀ ਦੇ ਬਿਗ ਸਿਟੀਜ਼ ਨੇ। ਜੀ ਕੁਛ ਜ਼ਿਆਦਾ ਡਿਟੇਲ 'ਚ ਜਾਣ ਤੋਂ ਜੇ ਆਪਾਂ ਪਰਹੇਜ਼ ਕਰੀਏ ਤਾਂ ਇੱਕ ਸੌਖੀ ਜਿਹੀ ਭਾਸ਼ਾ 'ਚ ਗੱਲ ਕਰੀਏ ਤਾਂ ਕ੍ਰਾਈਮ ਰੇਟ ਮੈਜਰ ਕੀਤਾ ਜਾਂਦਾ ਹੈ, ਯਾਨੀ ਕਿ ਪਰ ਲੱਖ ਬੰਦਾ ਜਿਹੜੀ ਪੋਪੂਲੇਸ਼ਨ ਹੁੰਦੀ ਹੈ ਉਹਦੇ 'ਚ ਕਿੰਨਾ ਕ੍ਰਾਈਮ ਹੋ ਰਿਹਾ। ਕਿਉਂਕਿ ਪੰਜਾਬ ਤੇ ਕੈਨੇਡਾ ਦੀ ਪੋਪੂਲੇਸ਼ਨ ਲਗਭਗ ਆਬਾਦੀ ਸਿਮਿਲਰ ਹੈ। ਸੋ ਪੰਜਾਬ 'ਚ ਕ੍ਰਾਈਮ ਰੇਟ 242 ਹੈ। ਆਪਾਂ ਸਿਰਫ ਇੱਕ ਕੰਪੈਰੀਜ਼ਨ ਦੇ ਤੌਰ 'ਤੇ ਇਹ ਨੰਬਰ ਜੇ ਲਈਏ ਤਾਂ ਕੈਨੇਡਾ 'ਚ ਕ੍ਰਾਈਮ ਰੇਟ 1086 ਹੈ, ਯਾਨੀ ਕਿ ਲਗਭਗ 5 ਗੁਣਾ ਕ੍ਰਾਈਮ ਪੰਜਾਬ ਦੇ ਮੁਕਾਬਲੇ ਕੈਨੇਡਾ ਵਿੱਚ ਹੋ ਰਿਹਾ ਹੈ। ਸੋ ਇਹ ਬਾਕੀ ਬਹੁਤ ਚਿੰਤਾ ਵਾਲੀ ਮਸਲਾ ਹੈ ਤੇ ਇਹਦੇ ਬਾਰੇ ਜਿਹੜੀ ਮੁਲਕ ਦੀ ਲੀਡਰਸ਼ਿਪ ਹੈ ਉਹ ਕੀ ਕਹਿੰਦੀ, ਕਿਉਂਕਿ ਮਸਲਾ ਹੁਣ ਇਹ ਲੋਕਲ ਨਹੀਂ ਰਹਿ ਗਿਆ ਤੇ ਮੁਲਕ ਦੇ ਜੋ ਪ੍ਰਾਈਮ ਮਿਨਿਸਟਰ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ, ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਪੀਅਰ ਪੋਇਲੀਐਵ ਉਹਨਾਂ ਨਾਲ ਵੀ ਗੱਲ ਹੋਈ। ਉਹ ਕੀ ਕਹਿੰਦੇ ਨੇ ਇਸ ਬਾਰੇ ਜਿਹੜਾ ਇਸ ਵੇਲੇ ਇੱਕ ਬੜਾ ਵੱਡਾ ਕੰਸਰਨ ਬਣ ਰਿਹਾ ਹੈ, ਉਹ ਅਸੀਂ ਸੁਣਦੇ ਹਾਂ। I think one of the challenges that we've seen the number of guns in Canada increase massively over the past 20 years. A lot of it was the previous Conservative government that created opportunities to bring in more guns than before in Canada, and that we're trying to turn back right now. And that's where strengthening gun control, keeping our communities safe, bringing in things like red and yellow flag laws to make sure it's harder for people with histories of violence to access guns. These are things that are going to be smart. The previous Conservative government also cut funding for police, for community services. We've been investing in keeping communities safe. We're going to continue to make sure we're doing the things that are necessary to keep communities safe. The problem is not that we have lots of criminals. The problem is we have a few criminals who are doing lots of crime.
that small number should be put in prison and kept there. Secondly, we should stop diverting resources to go after law-abiding and licensed firearms owners, and instead go after the gun criminals by putting the money into border security to keep the smuggling out, and putting more tools in the hands of police to get the criminals off the streets. Under Justin Trudeau, violent crime is up 32%. His approach is not working. We need to change it. We need to change the government to make our streets safe. ਸੋ ਇਹ ਸਨ ਮੁਲਕ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਅਤੇ ਆਪੋਜੀਸ਼ਨ ਦੇ ਲੀਡਰ ਪੀਅਰ ਪੋਇਲੀਐਵ ਕ੍ਰਾਈਮ ਬਾਰੇ, ਕ੍ਰਾਈਮ ਦੀ ਇਸ ਸਿਚੁਏਸ਼ਨ ਬਾਰੇ ਕੀ ਕਹਿੰਦੇ ਨੇ। ਪ੍ਰਾਈਮ ਮਿਨਿਸਟਰ ਨੇ ਜੋ ਗੱਲਬਾਤ ਕੀਤੀ ਹੈ ਉਹਦੇ 'ਚ ਮੁੱਖ ਜ਼ੋਰ ਉਹਨਾਂ ਨੇ ਇਸ ਗੱਲ ਦੇ ਦਿੱਤਾ ਕਿ ਜਿਹੜਾ ਗਨ ਕੰਟਰੋਲ ਕਾਨੂੰਨ ਉਹਨਾਂ ਦੀ ਸਰਕਾਰ ਲੈ ਕੇ ਆਈ ਹੈ ਉਹ ਇੱਕ ਕਦਮ ਹੈ ਜਿਹੜਾ ਕ੍ਰਾਈਮ ਨੂੰ ਰੋਕਣ ਦੇ ਵਿੱਚ ਕੋਈ ਵੱਡਾ ਯੋਗਦਾਨ ਪਾ ਸਕਦਾ। ਤੇ ਇਸੇ ਤਰ੍ਹਾਂ ਜਿਹੜੇ ਆਪੋਜੀਸ਼ਨ ਦੇ ਲੀਡਰ ਨੇ ਉਹ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੇ ਨੇ ਕਿ ਅਸੀਂ ਜਿਹੜਾ ਬਾਰਡਰ ਤੋਂ ਡਰੱਗ ਜਿਹੜਾ ਗਨਜ਼ ਸਮਗਲ ਹੋ ਰਹੀਆਂ ਨੇ ਉਹਨਾਂ ਨੂੰ ਰੋਕਾਂਗੇ। ਇਸੇ ਤਰ੍ਹਾਂ ਉਹ ਬੇਲ ਰਿਫਾਰਮ ਦੀ ਗੱਲ ਕਰ ਰਹੇ ਨੇ। ਸੋ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਕ੍ਰਿਮੀਨਲ ਲਾਇਰ ਜਸਮਿੰਦਰ ਸਿੰਘ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹ ਇਹਨਾਂ ਜਿਹੜੀਆਂ ਦੋ ਆਰਗੂਮੈਂਟਸ ਨੇ ਜਾਂ ਦੋ ਕਦਮ ਸੁਝਾਏ ਜਾ ਰਹੇ ਨੇ ਇਹਨਾਂ ਨੂੰ ਕਿਵੇਂ ਦੇਖਦੇ ਨੇ। ਜਸਮਿੰਦਰ ਜੀ ਬਹੁਤ ਸ਼ੁਕਰੀਆ ਤੁਹਾਡਾ। ਤੇ ਤੁਸੀਂ ਪਹਿਲਾਂ ਪ੍ਰਾਈਮ ਮਿਨਿਸਟਰ ਦੀ ਜਿਹੜੀ ਗੱਲ ਹੈ ਜੀ ਉਸ 'ਤੇ ਕੌਮੈਂਟ ਕਰ ਸਕੋ। ਉਹਨਾਂ ਨੇ ਇਹਦਾ ਜਵਾਬ ਦਿੰਦਿਆਂ ਮੁੱਖ ਜ਼ੋਰ ਇਸ ਗੱਲ ਦੇ ਦਿੱਤਾ ਕਿ ਅਸੀਂ ਗਨ ਕੰਟਰੋਲ ਕਾਨੂੰਨ ਲੈ ਕੇ ਆਂਦਾ ਤੇ ਪਿਛਲੀਆਂ ਸਰਕਾਰਾਂ ਦੌਰਾਨ ਬੜੀਆਂ ਵੱਡੀ ਗਿਣਤੀ 'ਚ ਗਨਜ਼ ਮੁਲਕ ਦੇ ਅੰਦਰ ਆ ਗਈਆਂ ਤੇ ਗਨ ਕੰਟਰੋਲ ਕਾਨੂੰਨ ਨਾਲ ਕ੍ਰਾਈਮ ਨੂੰ ਰੋਕਣ 'ਚ ਹੈਲਪ ਮਿਲੇਗੀ। ਇਹ ਕਿੰਨੀ ਕੁ ਤੁਹਾਨੂੰ ਜ਼ੋਰਦਾਰ ਲੱਗਦੀ ਇਹ ਆਰਗੂਮੈਂਟ? ਸ਼ਮੀਲ ਜੀ, ਪ੍ਰਾਈਮ ਮਿਨਿਸਟਰ ਦੀ ਇਹ ਗੱਲ ਵੈਲਿਡ ਤਾਂ ਹੈਗੀ ਹੈ ਪਰ ਬਹੁਤ ਜ਼ੋਰਦਾਰ ਨਹੀਂ ਮੈਨੂੰ ਲੱਗੀ, ਕਿਉਂਕਿ ਇਹ ਸਟੈਪ ਦਾ ਅਸੀਂ ਸਵਾਗਤ ਕਰਦੇ ਹਾਂ ਕਿ ਉਹ ਗਨ ਕੰਟਰੋਲ ਦੇ ਲਾਜ਼ ਨੂੰ ਹੋਰ ਸਟ੍ਰਿਕਟ ਕਰ ਰਹੇ ਨੇ। ਪਰ ਕੱਲਾ ਕ੍ਰਾਈਮ ਕੈਨੇਡਾ ਦੇ ਵਿੱਚ ਕੱਲਾ ਗਨਜ਼ ਰਿਲੇਟਡ ਨਹੀਂ ਹੁੰਦਾ, ਉਹ ਜਸਟ ਇੱਕ ਪਾਰਟ ਹੈ ਉਹਦਾ ਕ੍ਰਾਈਮ ਦਾ। ਨਾਲੇ ਆਪਾਂ ਨੂੰ ਇਹ ਗੱਲ ਸਮਝਣੀ ਪਏਗੀ ਜੀ ਕਿ ਜਿਹੜਾ ਕ੍ਰਿਮੀਨਲ ਕੋਡ ਹੈ ਕੈਨੇਡਾ ਦੇ ਵਿੱਚ ਉਹ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਬਣਾਉਂਦੀ ਹੈ ਤੇ ਉਹਨੂੰ ਲਾਗੂ ਜਿਹੜੇ ਕਰਦੀਆਂ ਨੇ ਉਹ ਪੁਲਿਸ ਏਜੰਸੀਜ਼ ਕਰਦੀਆਂ ਨੇ ਜੋ ਕਿ ਕੈਨੇਡਾ ਦੇ ਵਿੱਚ ਲੋਕਲ ਲੈਵਲ ਤੇ ਮੈਨੇਜ ਹੁੰਦੀਆਂ ਨੇ। ਸੋ ਪੁਲਿਸ ਕੈਨੇਡਾ ਦੇ ਵਿੱਚ ਹਰ ਕਾਉਂਟੀ ਦੀ ਜਾਂ ਹਰ ਡਿਸਟ੍ਰਿਕਟ ਦੀ ਆਪਣੀ ਹੁੰਦੀ ਹੈ, ਜਿਵੇਂ ਆਪਾਂ ਕਹਿ ਦਈਏ ਟੋਰਾਂਟੋ ਪੁਲਿਸ ਜਾਂ ਪੀਲ ਪੁਲਿਸ। ਫਿਰ ਆ ਜਾਂਦੀ ਹੈ ਪ੍ਰੋਵਿੰਸ਼ੀਅਲ ਲੈਵਲ ਤੇ ਜਾਂ RCMP ਨੈਸ਼ਨਲ ਲੈਵਲ ਤੇ। ਪਰ ਜ਼ਿਆਦਾਤਰ ਜਿਹੜਾ ਪੁਲਿਸ ਦਾ ਇੰਟਰੈਕਸ਼ਨ ਆ ਲੋਕਾਂ ਨਾਲ ਜਾਂ ਕ੍ਰਾਈਮ ਰੋਕਣ 'ਚ ਜਿਹਦਾ ਰੋਲ ਹੈ ਉਹ ਲੋਕਲ ਪੁਲਿਸ ਦੀ ਪਰਸੈਂਟੇਜ ਜ਼ਿਆਦਾ। ਸੋ ਇਹਦੇ ਵਿੱਚ ਮੈਂ ਸਮਝਦਾ ਕਿ ਜੇ ਉਹਨਾਂ ਨੇ ਇੰਪਲੀਮੈਂਟ ਕਰਨਾ ਲਾਅ ਬਣਾ ਕੇ ਕੈਨੇਡਾ ਨੇ ਗਵਰਨਮੈਂਟ ਨੇ ਛੱਡ ਦੇਣਾ, ਸੋ ਉਹਨਾਂ ਦਾ ਰੋਲ ਜ਼ਿਆਦਾ ਹੈ। ਤੇ ਇਹਦੇ ਵਿੱਚ ਇੱਕ ਮੇਅਰ, ਇੱਕ ਸਿਟੀ ਦੇ ਮੇਅਰ ਦਾ ਜਾਂ ਪ੍ਰੀਮੀਅਰ ਦਾ ਕਮੈਂਟ ਜ਼ਿਆਦਾ ਵੈਲਿਡ ਰਹੇਗਾ, ਕਿਉਂਕਿ ਉਹਨਾਂ ਦੀ ਨਿਗਰਾਨੀ 'ਚ, ਉਹਨਾਂ ਦੀ ਜੂਰਿਸਡਿਕਸ਼ਨ ਦੇ ਵਿੱਚ ਉਹਨਾਂ ਪੁਲਿਸ ਆਫਿਸਰ ਤੇ ਪੁਲਿਸ ਏਜੰਸੀਜ਼ ਨੇ ਕੰਮ ਕਰਨਾ। ਸੋ ਬੇਸਿਕਲੀ ਤੁਹਾਡੀ ਗੱਲ 'ਚੋਂ ਮੈਨੂੰ ਇਹ ਲੱਗਦਾ ਕਿ ਜਿਹੜੀ ਕੈਨੇਡਾ 'ਚ ਪਾਵਰ ਦੀ ਵੰਡ ਹੈ ਉਹ ਭਾਵੇਂ ਚੰਗੇ ਲਈ ਕੀਤੀ ਗਈ ਹੈ ਪਰ ਕਈ ਮਾਮਲਿਆਂ 'ਚ ਉਹ ਰੁਕਾਵਟ ਵੀ ਬਣਦੀ ਹੈ ਕਿ ਕਾਨੂੰਨ ਫੈਡਰਲ ਗਵਰਨਮੈਂਟ ਨੇ ਬਣਾਏ ਨੇ, ਲਾਗੂ ਕਰਨ ਦੀ ਜ਼ਿੰਮੇਵਾਰੀ ਉਹ ਡਿਫਰੈਂਟ ਏਜੰਸੀਜ਼ ਦੀ ਜਾਂ ਡਿਫਰੈਂਟ ਲੈਵਲ ਦੀਆਂ ਗਵਰਨਮੈਂਟਸ ਦੀ ਹੈ। ਤਾਂ ਇਸ ਸਿਚੁਏਸ਼ਨ 'ਚ ਵੱਧ ਕੋਆਰਡੀਨੇਸ਼ਨ ਦੀ ਜ਼ਰੂਰਤ ਹੈ, ਤੁਸੀਂ ਸਮਝਦੇ? ਤੁਹਾਡੇ ਕਹਿਣ ਦਾ ਮਤਲਬ ਇਹੀ ਹੈ ਕਿ ਕੋਆਰਡੀਨੇਸ਼ਨ ਬਿਹਤਰ ਹੋਣਾ ਚਾਹੀਦਾ? ਹਾਂਜੀ, ਕੋਆਰਡੀਨੇਸ਼ਨ ਬਿਹਤਰ ਹੋਣਾ ਚਾਹੀਦਾ। ਤੇ ਜਦੋਂ ਤੱਕ ਲੋਕਲ ਲੈਵਲ ਦੀ ਏਜੰਸੀਜ਼, ਪ੍ਰੋਵਿੰਸ਼ੀਅਲ ਲੈਵਲ ਦੀ ਏਜੰਸੀਜ਼ ਤੇ ਸੈਂਟਰਲ ਲੈਵਲ ਦੀ ਏਜੰਸੀਜ਼ ਦੇ ਨਾਲ ਇੰਕਲੂਡਿੰਗ ਕੋਰਟਸ ਤੇ ਜਿਹੜੀ ਹੋਰ ਆਰਗੇਨਾਈਜੇਸ਼ਨਸ ਬਣੀਆਂ ਹੋਈਆਂ ਇਹਨਾਂ ਨਾਲ ਮਿਲ ਕੇ ਨਹੀਂ ਕੰਮ ਕਰਦੇ, ਕ੍ਰਾਈਮ ਨਾ ਹੀ ਪ੍ਰੀਵੈਂਟ ਹੋ ਸਕਦਾ ਤੇ ਨਾ ਹੀ ਆਪਾਂ ਕ੍ਰਾਈਮ ਨੂੰ ਫਿਰ ਉਦੋਂ ਬਾਅਦ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਅਪਰੋਪਰੀਏਟ ਸਜ਼ਾ ਦਿਵਾ ਸਕਦੇ ਹਾਂ ਤੇ ਨਾ ਹੀ ਆਪਾਂ ਨੂੰ ਰੋਕ ਸਕਦੇ ਹਾਂ ਕਿ ਉਹ ਦੁਬਾਰਾ ਕ੍ਰਾਈਮ ਕਮਿਟ ਨਾ ਕਰਨ। ਸੋ ਕੋਆਰਡੀਨੇਸ਼ਨ ਦੀ ਸਭ ਤੋਂ ਜ਼ਿਆਦਾ ਲੋੜ ਹੈ। ਇਹਦੇ ਬਾਰੇ ਇੱਕ ਜਸਮਿੰਦਰ ਜੀ ਇੱਕ ਆਰਗੂਮੈਂਟ ਕੁਝ ਲੋਕਾਂ ਦੀ ਹੈ ਕਿ ਜਿਵੇਂ ਕਾਰ ਜੈਕਿੰਗ ਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਕਿ ਕਾਰ ਜੈਕਿੰਗ ਭਾਵੇਂ ਹੋ ਲੋਕਲ ਲੈਵਲ 'ਤੇ ਰਹੀ ਹੈ ਪਰ ਜਿਹੜੇ ਗਰੋਹ ਗੈਂਗ ਇਸ ਕੰਮ 'ਚ ਲੱਗੇ ਹੋਏ ਨੇ ਉਹ ਇੰਟਰਨੈਸ਼ਨਲ ਗੈਂਗ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਆਪਰੇਸ਼ਨ ਹੈ ਉਹ ਫੈਡਰਲ ਲੈਵਲ 'ਤੇ ਕੋਆਰਡੀਨੇਸ਼ਨ ਬਗੈਰ ਨਹੀਂ ਹੋ ਸਕਦਾ। ਬਿਲਕੁਲ ਸਹੀ ਗੱਲ ਹੈ ਜੀ। ਪਰ ਇਹਦੇ ਵਿੱਚ ਮੈਂ ਸਮਝੂੰਗਾ ਕਿ ਇਹਦੇ ਵਿੱਚ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਹਰ ਏਜੰਸੀ ਦਾ ਇੱਕ ਆਪਣਾ ਰੋਲ ਹੈ, ਕਿਉਂਕਿ ਜੇ ਲੋਕਲ ਲੈਵਲ ਤੇ ਪੁਲਿਸਿੰਗ ਜ਼ਿਆਦਾ ਹੋਏਗੀ ਤੇ ਆਪਾਂ ਕਾਰ ਚੋਰੀ ਨੂੰ ਪ੍ਰੀਵੈਂਟ ਕਰਾਂਗੇ, ਵਿੱਚ ਕਾਰ ਚੋਰੀਆਂ ਨਾ ਹੋਣ, ਜਾਂ ਜੇ ਕਾਰ ਚੋਰੀ ਹੋਗੀ ਤਾਂ ਦੋਸ਼ੀ ਫੜੇ ਜਾਣ ਤੇ ਉਹਨਾਂ ਨੂੰ ਸਜ਼ਾ ਮਿਲੇ, ਜੋ ਕਿ ਇੱਕ ਲੋਕਲ ਏਜੰਸੀਜ਼ ਦਾ ਜ਼ਿਆਦਾ ਰੋਲ ਹੋਏਗਾ ਤੇ ਕੋਰਟਸ ਦਾ ਜ਼ਿਆਦਾ ਰੋਲ ਹੋਏਗਾ। ਫਿਰ ਹੀ ਆਪਾਂ ਜਿਹੜੇ ਇੰਟਰਨੈਸ਼ਨਲ ਜਿਹੜੇ ਟ੍ਰੇਡ ਬਣਿਆ ਹੋਇਆ ਹੈ ਉਹਨੂੰ RCMP ਆ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਉਹ ਨੱਥ ਪਾ ਸਕਣਗੀਆਂ। ਸੋ ਉਹਦੇ ਵਿੱਚ ਵੀ ਆਈ ਥਿੰਕ ਕੋਆਰਡੀਨੇਸ਼ਨ ਜਿੰਨੀ ਰਹੇਗੀ, ਇੱਕ ਨੈਸ਼ਨਲ ਲੈਵਲ ਦੀ ਜਦ ਤੱਕ ਸਟ੍ਰੈਟਜੀ ਨਹੀਂ ਬਣਦੀ ਹਰ ਪੁਲਿਸ ਫੋਰਸ ਨੂੰ ਇਨਵੋਲਵ ਕਰਕੇ, ਉਦੋਂ ਤੱਕ ਸਪੈਸ਼ਲੀ ਕਾਰ ਜੈਕਿੰਗ ਅੱਗੇ ਜਿਹੜੇ ਓਫੈਂਸ ਨੇ ਉਹਨਾਂ ਤੇ ਆਪਾਂ ਨੱਥ ਨਹੀਂ ਪਾ ਸਕਦੇ ਹੈਗੇ।
ਜਿਵੇਂ ਤੁਸੀਂ ਕਿਹਾ ਕਿ ਜਿਹੜਾ ਕ੍ਰਾਈਮ ਹੈ ਇਕੱਲਾ ਗਨਜ਼ ਨਾਲ ਨਹੀਂ ਹੁੰਦਾ, ਪਰ ਇੱਕ ਹੋਰ ਜਿਹੜਾ ਦੱਸਿਆ ਜਾਂਦਾ ਕਾਰਨ ਆ, ਕੈਨੇਡਾ 'ਚ ਕਈ ਪੋਲੀਟੀਕਲ ਧਿਰਾਂ ਵੀ ਬਹੁਤ ਜ਼ੋਰ ਨਾਲ ਇਸ ਬਾਰੇ ਗੱਲਬਾਤ ਕਰ ਰਹੀਆਂ ਨੇ। ਜਿਹੜੇ ਪ੍ਰੀਮੀਅਰਜ਼ ਨੇ ਪ੍ਰਾਈਮ ਮਿਨਿਸਟਰ ਨੂੰ ਇਹਦੇ ਬਾਰੇ ਲੈਟਰ ਵੀ ਲਿਖੀ ਹੈ ਕਿ ਜਿਹੜਾ ਬੇਲ ਕਾਨੂੰਨ ਹੈ ਮੁਲਕ ਦਾ ਉਹ ਬੜਾ ਲੀਨੀਅੰਟ ਹੈ ਅਤੇ ਉਹਨੂੰ ਬਦਲਣ ਦੀ ਲੋੜ ਹੈ। ਅਤੇ ਜਿਹੜਾ ਕੌਮੈਂਟ ਅਸੀਂ ਸੁਣਿਆ ਪੀਅਰ ਪੋਇਲੀਆ ਕਹਿ ਰਹੇ ਸੀਗੇ ਕਿ BC ਦੇ ਵਿੱਚ 40 ਕ੍ਰਿਮੀਨਲ ਉਹਨਾਂ ਨੂੰ ਪਿਛਲੇ ਸਮੇਂ ਦੌਰਾਨ ਹਜ਼ਾਰਾਂ ਵਾਰ ਬੇਲ ਮਿਲੀ ਹੈ, ਮਤਲਬ ਸਾਲ ਦੇ ਵਿੱਚ ਇੱਕ ਕ੍ਰਿਮੀਨਲ ਨੂੰ ਹੀ 100 ਵਾਰ ਬੇਲ ਮਿਲੀ ਹੋਈ ਹੈ। ਅਤੇ ਇਹ ਜਿਹੜਾ ਬੇਲ ਕਾਨੂੰਨ ਹੈ ਬਦਲਣੇ ਚਾਹੀਦੇ ਨੇ ਤਾਂ ਕਿ ਜਿਹੜਾ ਕੋਈ ਰਿਪੀਟ ਅਫੈਂਡਰ ਹੈ ਉਹ ਸ਼ਾਮ ਤੱਕ ਵਾਪਸ ਜ਼ਮਾਨਤ ਲੈ ਕੇ ਬਾਹਰ ਨਾ ਆ ਸਕੇ। ਤੁਸੀਂ ਇਹਨੂੰ ਕਿੰਨਾ ਕੁ ਸਮਝਦੇ ਹੋ ਕਿ ਇਹ ਚੀਜ਼ਾਂ ਦਾ ਵੀ ਰੋਲ ਹੈ ਅਤੇ ਇਹ ਚੀਜ਼ਾਂ ਇਫੈਕਟਿਵ ਹੋ ਸਕਦੀਆਂ? ਮੈਂ ਇਹ ਸਮਝਦਾ ਸੀ ਕਿ ਇਸ ਚੀਜ਼ ਦਾ ਉਨਾ ਜ਼ਿਆਦਾ ਰੋਲ ਨਹੀਂ ਹੈਗਾ ਜਾਂ ਉਸ ਤਰੀਕੇ ਦਾ ਰੋਲ ਨਹੀਂ ਹੈਗਾ ਜਿਵੇਂ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ। ਆਪਾਂ ਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਬੰਦੇ ਨੂੰ ਬੇਲ ਮਿਲਦੀ ਹੈ ਉਹ ਬੰਦੇ ਨੂੰ ਕੋਈ ਕੋਰਟ ਛੱਡ ਨਹੀਂ ਦਿੰਦੀ ਕਿ ਤੂੰ ਇਨੋਸੈਂਟ ਹੈ। ਉਹ ਬੰਦੇ ਨੂੰ ਸਿਰਫ ਕੇਸ ਉਹਦਾ ਪੈਂਡਿੰਗ ਰਹਿੰਦਾ, ਉਹਨੂੰ ਇੱਕ ਜ਼ਮਾਨਤ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਕੰਟੀਨਿਊ ਕਰੋ। ਉਹ ਵੀ ਉਹਨਾਂ ਓਫੈਂਸਿਸ ਦੇ ਵਿੱਚ ਦੇਖ ਕੇ ਦਿੱਤੀ ਜਾਂਦੀ ਹੈ ਜਿਹੜੇ ਓਫੈਂਸਿਸ ਦੇ ਜਿਹੜੇ ਕਿ ਛੋਟੇ ਓਫੈਂਸਿਸ ਹੋਣ ਤੇ ਬੰਦੇ ਦੇ ਦੁਬਾਰਾ ਓਫੈਂਸ ਕਮਿਟ ਕਰਨ ਦੇ ਚਾਂਸਿਸ ਘੱਟ ਹੋਣ। ਤੇ ਜਿਹੜੇ ਮਿਸਟਰ ਪੋਲੀਐਵ ਨੇ ਡੇਟਾ ਦਿੱਤਾ, ਮੈਂ ਕਹੂੰਗਾ ਕਈ ਵਾਰ ਡੇਟਾ ਮਿਸਲੀਡਿੰਗ ਵੀ ਹੋ ਸਕਦਾ, ਕਿਉਂਕਿ ਜਿਹੜੇ ਹਜ਼ਾਰਾਂ ਓਫੈਂਸਿਸ ਆਪਾਂ ਕਹਿੰਦੇ ਆ ਵੀ ਦੁਬਾਰਾ ਉਹ ਰੀਕਮਿਟ ਹੁੰਦੇ ਨੇ। ਮੈਂ ਵੀ ਡੇਟਾ ਦੇ ਥਰੂ ਗੋ ਥਰੂ ਕੀਤਾ ਸੀ ਇਸ ਤਰ੍ਹਾਂ ਦੇ। ਉਹ ਇਹ ਨਹੀਂ ਹੈਗਾ ਕਿ ਜਿਵੇਂ ਹਸਬੈਂਡ ਵਾਈਫ ਦੀ ਲੜਾਈ ਹੋ ਗਈ, ਹਸਬੈਂਡ ਤੇ ਅਸੌਲਟ ਦਾ ਚਾਰਜ ਲੱਗ ਗਿਆ, ਉਹਨੂੰ ਕੋਰਟ ਨੇ ਜ਼ਮਾਨਤ ਦਿੱਤੀ। ਇਹ ਨਹੀਂ ਹੈਗਾ ਕਿ ਉਹ ਹਸਬੈਂਡ ਬਾਹਰ ਆ ਕੇ ਮਰਡਰ ਕਰ ਦੇਗਾ ਜਾਂ ਉਹ ਗਨਸ ਯੂਜ਼ ਕਰਕੇ ਜਾਂ ਸਮਗਲਿੰਗ ਕਰੇਗਾ, ਡਰੱਗਸ ਸਮਗਲਿੰਗ ਕਰੇਗਾ। ਉਹ ਕੀ ਰੀਫੰਡ ਕਰਦੇ ਨੇ ਵੱਧ ਤੋਂ ਵੱਧ ਲੋਕ ਕਿ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਆਪਣੀ ਵਾਈਫ ਨੂੰ ਕੰਟੈਕਟ ਨਹੀਂ ਕਰ ਸਕਦੇ। ਸੋ ਪਰ ਕਈ ਵਾਰ ਬੱਚੇ ਇਨਵੋਲਵ ਹੁੰਦੇ ਨੇ, ਬੱਚੇ ਨੂੰ ਸਕੂਲ ਛੱਡਣਾ ਲੈਣਾ। ਨਹੀਂ ਆਪਾਂ ਜਸਵਿੰਦਰ ਜੀ ਜਿਹੜਾ ਡੋਮੈਸਟਿਕ ਕ੍ਰਾਈਮ ਨੂੰ ਛੱਡ ਦਈਏ, ਜੇ ਮੰਨ ਲਿਆ ਕੋਈ ਡਰੱਗ ਸਮਗਲਰ ਹੈ, ਕੋਈ ਗੈਂਗਸਟਰ ਹੈ, ਕੋਈ ਕਾਰ ਜੈਕਿੰਗ ਵਾਲਾ ਬੰਦਾ, ਉਹ ਜੇ ਬੇਲ ਹੋ ਕੇ ਵਾਪਸ ਬਾਹਰ ਆ ਗਿਆ ਤੇ ਆ ਕੇ ਉਸਨੇ ਦੂਜੇ ਦਿਨ ਫਿਰ ਕ੍ਰਾਈਮ ਕਰ ਦਿੱਤਾ, ਉਹ ਜਿਹੜੇ ਰਿਪੀਟ ਅਫੈਂਡਰਸ ਨੇ ਉਹਨਾਂ ਬਾਰੇ ਤੁਸੀਂ ਦੱਸੋ ਕਿ ਉਹਨਾਂ ਬਾਰੇ ਤੁਸੀਂ ਸਮਝਦੇ ਹੋ ਕਿ ਇਹ ਕਾਨੂੰਨ ਹੈਲਪਫੁਲ ਹੋ ਸਕਦਾ ਜੇ ਉਹਨਾਂ ਨੂੰ ਬੇਲ ਨਾ ਮਿਲੇ? ਹਾਂਜੀ, ਜੇ ਉਹਨਾਂ ਦੇ ਖਿਲਾਫ ਕੇਸ ਸਟਰੋਂਗ ਹੈ ਤੇ ਉਹ ਵੱਡੇ ਸੀਰੀਅਸ ਕ੍ਰਾਈਮਸ ਨਾਲ ਚਾਰਜ ਨੇ, ਸੋ ਉਹਨਾਂ ਨੂੰ ਬੇਲ ਨਹੀਂ ਦੇਣੀ ਚਾਹੀਦੀ। ਤਾਂ ਜੇ ਕਿਸੇ ਕੋਰਟ ਨੇ ਬੇਲ ਦਿੱਤੀ ਹੈ ਸੋ ਉਹ ਹੋ ਸਕਦਾ ਕਿਤੇ ਕੋਈ ਨਾ ਕੋਈ ਗਲਤੀ ਹੋ ਗਈ ਹੋਵੇ ਜਾਂ ਉਹਨਾਂ ਨੂੰ ਜੇ ਅੰਦਰ ਰਹਿਣਗੇ ਤਾਂ ਕ੍ਰਾਈਮ ਪ੍ਰੀਵੈਂਟ ਵੀ ਕਰ ਸਕਦੇ ਆ। ਪਰ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਵੀ ਆਪਾਂ ਬੇਲ ਬਾਰੇ ਗੱਲ ਕਰਦੇ ਆ, ਆਪਾਂ ਸਿਰਫ ਵੱਡੇ ਓਫੈਂਸਿਸ ਦੀ ਉਹ ਗੱਲ ਕਰਦੇ ਆ, ਪਰ ਉਹ ਓਵਰਆਲ ਉਹ ਬਹੁਤ ਛੋਟੀ ਪ੍ਰੋਪੋਰਸ਼ਨ ਚ ਨੇ। ਉਹ ਸਾਰੇ ਹਰ ਬੰਦਾ ਡਰੱਗ ਸਮਗਲਿੰਗ ਜਾਂ ਕਾਰ ਜੈਕਿੰਗ ਨਹੀਂ ਕਰਦਾ, ਜ਼ਿਆਦਾਤਰ ਕ੍ਰਾਈਮਸ ਛੋਟੇ ਲੈਵਲ ਤੇ ਹੁੰਦੇ ਨੇ। ਨਹੀਂ, ਪਰ ਮੇਰੇ ਕਹਿਣ ਦਾ ਮਤਲਬ ਹੈ ਵੀ ਕੀ ਕਾਨੂੰਨ ਇਸ ਗੱਲ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦਾ ਕਿ ਜੇ ਕੋਈ ਬੰਦਾ ਡਰੱਗ ਸਮਗਲਿੰਗ 'ਚ ਪਕੜਿਆ, ਕਾਰ ਜੈਕਿੰਗ 'ਚ ਪਕੜਿਆ, ਕੋਈ ਹੋਰ ਵਾਇਲੈਂਸ 'ਚ ਪਕੜਿਆ ਤੇ ਜਿਹੜਾ ਡੋਮੈਸਟਿਕ ਵਾਇਲੈਂਸ 'ਚ ਪਕੜਿਆ, ਉਹਦੇ 'ਚ ਡਿਫਰੈਂਸ਼ੀਏਟ ਕਰੇ ਜਿਹੜਾ ਕਾਨੂੰਨ? ਬਿਲਕੁਲ ਡਿਫਰੈਂਸ਼ੀਏਟ ਕਰਦਾ ਜੀ ਕਾਨੂੰਨ। ਤਾਂ ਹੀ ਮੈਂ ਕਿਹਾ ਵੀ ਇਹ ਥੋੜੇ ਜਿਹੇ ਜਿਹੜੇ ਕਮੈਂਟਸ ਨੇ ਇਹ ਕਈ ਵਾਰ ਪੋਲੀਟੀਕਲ ਐਂਗਲ ਲੈ ਜਾਂਦੇ ਨੇ। ਮੈਂ ਇਹਨਾਂ ਚੀਜ਼ਾਂ ਨੂੰ ਡੇਲੀ ਡੀਲ ਕਰਦਾ ਤਾਂ ਮੈਂ ਦੇਖਦਾ ਤੇ ਆਪਣਾ ਜਿਹੜਾ ਇੱਕ ਸਰਕਾਰੀ ਡੇਟਾ ਇਹ ਕਹਿੰਦਾ ਕਿ ਜਿਹੜੇ ਬੰਦੇ ਇਸ ਟਾਈਮ ਜੇਲ੍ਹ 'ਚ ਬੈਠੇ ਨੇ ਉਹਨਾਂ ਦੇ ਵਿੱਚੋਂ 80% ਬੰਦੇ ਐਂਡ 'ਚ ਨਿਰਦੋਸ਼ ਪਾਏ ਜਾਂਦੇ ਨੇ, ਆਪਣੇ ਚਾਰਜਿਸ ਬਰੀ ਹੋ ਜਾਂਦੇ ਨੇ, ਪਰ ਉਹ ਫਿਰ ਵੀ ਉਹ ਬੰਦੇ ਜੇਲ੍ਹ 'ਚ ਬੈਠੇ ਨੇ। ਸੋ ਸਿਰਫ 20% ਬੰਦੇ ਹੀ ਦੋਸ਼ੀ ਪਾਏ ਜਾਂਦੇ ਨੇ। ਸੋ ਇਹ ਕਹਿਣਾ ਕਿ ਕੈਨੇਡਾ ਦਾ ਬੇਲ ਦਾ ਕਾਨੂੰਨ ਲੀਨੀਅੰਟ ਹੈ, ਇਹ ਥੋੜੀ ਜਿਹੀ ਇਨਕਰੈਕਟ ਸਟੇਟਮੈਂਟ ਹੋ ਸਕਦੀ ਹੈ। ਤੇ ਆਖਰੀ ਮੇਰਾ ਸਵਾਲ ਹੈ ਤੁਹਾਨੂੰ ਕਿ ਤੁਸੀਂ ਲਾਇਰ ਹੋ, ਕਿ ਜਿਹੜਾ ਸਿਰਫ ਤੇ ਸਿਰਫ, ਕਿਉਂਕਿ ਹਾਲੇ ਤੱਕ ਫੋਕਸ ਇਹ ਹੈ ਕਿ ਜਿਹੜਾ ਕ੍ਰਾਈਮ ਨੂੰ ਦੂਰ ਕਰਨ ਲਈ ਤੁਸੀਂ ਜਿਹੜਾ ਪੁਲਿਸ ਸਿਸਟਮ ਹੈ, ਲਾਅ ਐਂਡ ਆਰਡਰ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਸਟਰੋਂਗ ਕਰੋ, ਉਹਨਾਂ ਨੂੰ ਵੱਧ ਅਖਤਿਆਰ ਦਿਓ ਜਾਂ ਵੱਧ ਰਿਸੋਰਸਿਸ ਦਿਓ। ਕੀ ਸਿਰਫ ਤੇ ਸਿਰਫ ਇਹ ਤਰੀਕਾ ਕਾਨੂੰਨ ਜਿਹੜਾ ਕ੍ਰਾਈਮ ਹੈ ਉਸ ਨੂੰ ਖਤਮ ਕਰ ਸਕਦਾ? ਸਿਰਫ ਇਹ ਤਰੀਕਾ ਤਾਂ ਨਹੀਂ ਖਤਮ ਕਰ ਸਕਦਾ ਜੀ, ਪਰ ਇਹ ਤਰੀਕਾ ਇਫੈਕਟਿਵ ਜ਼ਰੂਰ ਹੋ ਸਕਦਾ, ਕਿਉਂਕਿ ਜੇ ਪੁਲਿਸ ਕੋਲੇ ਰਿਸੋਰਸਿਸ ਵੱਧ ਹੋਣਗੇ, ਪੁਲਿਸ ਉਹਨੇ ਬੰਦੇ ਹਾਇਰ ਕਰ ਸਕਦੀ ਹੈ, ਪੁਲਿਸ ਦੀ ਪ੍ਰੈਜ਼ੈਂਸ ਹੋ ਸਕਦੀ ਹੈ ਕਮਿਊਨਿਟੀ ਦੇ ਵਿੱਚ, ਜਿਹਦੇ ਨਾਲ ਕਿ ਲੋਕ ਕ੍ਰਾਈਮ ਕਰਨ ਤੋਂ ਡਰਦੇ ਨੇ। ਇੱਕ ਲਾਜ਼ਮੀ ਗੱਲ ਆ, ਆਪਾਂ ਕਈ ਵਾਰ ਤੁਸੀਂ ਦੇਖਿਆ ਹੋਣਾ ਹਾਈਵੇ ਤੇ ਜਾ ਰਹੇ ਹੁੰਦੇ ਆ, ਹਰ ਬੰਦਾ ਹਾਈਵੇ ਤੇ ਜੇ 100 ਦੀ ਸਪੀਡ ਆ ਤਾਂ 110, 15, 20 ਤੇ ਆਮ ਜਾਂਦਾ, ਪਰ ਜੇ ਕਦੇ ਪੁਲਿਸ ਦੀ ਕਾਰ ਤੁਹਾਡੇ ਨਾਲ ਜਾ ਰਹੀ ਹੋਵੇ, ਕੋਈ ਵੀ ਬੰਦਾ ਹਿੰਮਤ ਨਹੀਂ ਕਰਦਾ ਕਿ ਪੁਲਿਸ ਦੀ ਕਾਰ ਨੂੰ ਓਵਰਟੇਕ ਕਰ ਲੇ। ਤਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ, ਜਦੋਂ ਪੁਲਿਸ ਪ੍ਰੈਜ਼ੈਂਟ ਹੁੰਦੀ ਹੈ, ਪੁਲਿਸ ਦੀ ਪੈਟਰੋਲਿੰਗ ਜ਼ਿਆਦਾ ਹੁੰਦੀ ਹੈ, ਸੋ ਸਪੈਸ਼ਲੀ ਕਾਰ ਜੈਕਿੰਗ ਦੇ ਮਾਮਲਿਆਂ ਦੀ ਜੇ ਆਪਾਂ ਗੱਲ ਕਰੀਏ, ਜੇ ਪੁਲਿਸ ਦੀ ਪ੍ਰੈਜ਼ੈਂਸ ਹੋਏਗੀ ਤੇ ਲੋਕਾਂ ਨੂੰ, ਕਾਰ ਜੈਕਿੰਗ ਵਾਲੇ ਬੰਦੇ ਨੂੰ ਲੱਗੇਗਾ ਕਿ ਜੇ ਸਾਨੂੰ ਫੜਿਆ ਜਾਏਗਾ ਤੇ ਸਾਨੂੰ ਫਿਰ ਸਖਤ ਸਜ਼ਾ ਹੋਏਗੀ, ਉਹ ਇਸ ਕ੍ਰਾਈਮ ਨੂੰ ਪ੍ਰੀਵੈਂਟ ਕੀਤਾ ਜਾ ਸਕਦਾ। ਪਰ ਜੇ ਪੁਲਿਸ ਕਹਿੰਦੀ ਹੈ ਵੀ ਸਾਡੇ ਕੋਲ ਇਮੀਡੀਏਟ ਫੰਡਿੰਗ ਨਹੀਂ ਹੈਗੀ ਜਾਂ ਅਸੀਂ ਇੱਕਦਮ ਇੰਨੇ ਬੰਦੇ ਨਹੀਂ ਹਾਇਰ ਕਰ ਸਕਦੇ,
ਸੋ ਮੈਂ ਕਹੂੰਗਾ ਕਿ ਮੇਰਾ ਸੁਝਾਅ ਇਹ ਹੈ ਕਿ ਇਹਦੇ ਵਿੱਚ ਪ੍ਰਾਈਵੇਟ ਸਿਕਿਉਰਿਟੀ ਏਜੰਸੀਜ਼ ਨੂੰ ਵੀ ਇਨਵੋਲਵ ਕੀਤਾ ਜਾ ਸਕਦਾ ਹੈ, ਜਿਹਨਾਂ ਨੂੰ ਪੈਟਰੋਲਿੰਗ ਡਿਊਟੀਜ਼ ਦਿੱਤੀਆਂ ਜਾ ਸਕਦੀਆਂ ਨੇ ਕਿ ਉਹ ਰਿਪੋਰਟ ਕਰਨ ਪੁਲਿਸ ਨੂੰ ਜੇ ਕੋਈ ਉਹ ਸ਼ੱਕੀ ਐਕਟੀਵਿਟੀ ਰਾਤ ਨੂੰ ਦੇਖਦੇ ਨੇ। ਕਿਉਂਕਿ ਅੱਜ ਦੀ ਡੇਟ 'ਚ ਕੀ ਹੋਇਆ ਪਿਆ ਕਿ ਹਰ ਬੰਦੇ ਨੂੰ ਆਪਣੇ ਆਪ ਤੇ ਛੱਡਿਆ ਜਾ ਰਿਹਾ। ਬੰਦੇ ਨੂੰ ਐਂ ਲੱਗ ਰਿਹਾ ਕਿ ਜੇ ਸਵੇਰੇ ਉੱਠ ਕੇ ਮੇਰੀ ਕਾਰ ਖੜੀ ਹੈ ਤਾਂ ਖੜੀ ਹੈ, ਨਹੀਂ ਖੜੀ ਤਾਂ ਉਹਦੇ ਬਾਰੇ ਕੋਈ ਸੁਣਵਾਈ ਨਹੀਂ ਹੈਗੀ ਮੇਰੀ। ਤੇ ਇਹ ਸਟੇਜ ਜਦੋਂ ਆ ਜਾਏ, ਜਦੋਂ ਲੋਕਾਂ ਨੂੰ ਇਹ ਲੱਗਣ ਲੱਗ ਜਾਏ ਕਿ ਜਿਹੜੀ ਪੁਲਿਸ ਨੂੰ ਅਸੀਂ ਟੈਕਸ ਪੇ ਕਰਕੇ ਉਹਨਾਂ ਤਨਖਾਹ ਦਿੰਦੇ ਆ, ਉਹਨਾਂ ਨੂੰ ਇਸ ਕੰਮ ਲਈ ਜਿਨ੍ਹਾਂ ਨੂੰ ਰੱਖਿਆ ਹੋਇਆ ਹੈ, ਉਸ ਕੰਮ ਨੂੰ ਕਰ ਹੀ ਨਹੀਂ ਰਹੇ, ਫਿਰ ਇੱਕ ਕੁਐਸਚਨ ਉੱਠਦਾ ਕਿ ਪੁਲਿਸ ਨੂੰ ਆਪਾਂ ਫੰਡ ਹੀ ਕਿਉਂ ਕਰ ਰਹੇ ਹਾਂ, ਪੁਲਿਸ ਨੂੰ ਵਧਾ ਕਿਉਂ ਰਹੇ ਹਾਂ। ਸੋ ਇਹ ਸਟੇਜ ਨਹੀਂ ਵੀ ਕੌਨਫੀਡੈਂਸ। ਸੋ ਤੁਹਾਡੇ ਕਹਿਣ ਦਾ ਮਤਲਬ ਹੈ ਸਾਰੀਆਂ ਚੀਜ਼ਾਂ ਬਾਰੇ ਬੜਾ ਬੁਨਿਆਦੀ ਤੌਰ ਦੇ ਉੱਤੇ ਸੋਚਣਾ ਪਏਗਾ ਕਿ ਕਿਵੇਂ ਇਸ ਸਿਸਟਮ ਨੂੰ ਬਦਲਿਆ ਜਾ ਸਕਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ। ਤੁਹਾਡੇ ਕੋਲ ਹੁਣ ਅਸੀਂ ਇਜਾਜ਼ਤ ਲਵਾਂਗੇ ਅਤੇ ਗੱਲਬਾਤ ਸਾਡੀ ਜਾਰੀ ਆਪਣਾ। ਇਸ਼ਰਤ ਜਿਹੜੀ ਹੁਣ ਇਹ ਮਸਲਾ ਬੜਾ ਕੰਪਲੀਕੇਟਡ ਹੈ ਜੀ, ਇਹਦਾ ਕੋਈ ਸਾਨੂੰ ਇਹ ਤਾਂ ਨਹੀਂ ਪਤਾ ਕਿ ਇਹਦਾ ਕੋਈ ਫਾਈਨਲ ਜਿਹੜਾ ਆਨਸਰ ਕੀ ਹੋ ਸਕਦਾ। ਮੇਰਾ ਖਿਆਲ ਹੈ ਜਦੋਂ ਮੁਲਕ ਦੇ ਪ੍ਰਾਈਮ ਮਿਨਿਸਟਰ ਕੋਲ ਵੀ ਕੋਈ ਫਾਈਨਲ ਆਨਸਰ ਨਹੀਂ ਤੇ ਕੋਈ ਹੋਰ ਇਹਦਾ ਫਾਈਨਲ ਆਨਸਰ ਕਿਵੇਂ ਦੇ ਸਕਦਾ। ਪਰ ਇਹ ਇਸ਼ੂ ਬੜਾ ਕੰਪਲੀਕੇਟਡ ਹੈ ਔਰ ਇਹਦਾ ਅਸਰ ਇਹ ਪੈ ਰਿਹਾ ਕਿ ਅੱਜ ਕੱਲ੍ਹ ਮੈਨੂੰ ਬਹੁਤ ਸਾਰੇ ਲੋਕ ਇਹੋ ਜਿਹੇ ਮਿਲਦੇ ਨੇ ਜਾਂ ਗੱਲ ਕਰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸੋਚ ਰਹੇ ਹਾਂ ਵਾਪਸ ਚਲ ਜਾਈਏ ਇਸ ਮੁਲਕ 'ਚੋਂ, ਜਾਂ ਜਿਹੜੇ ਨਵੇਂ ਇੱਥੋਂ ਦੇ ਬੌਰਨ ਬੱਚੇ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਨਹੀਂ ਸੋਚਦੇ ਅਸੀਂ ਆਪਣਾ ਫਿਊਚਰ ਕਿ ਅਸੀਂ ਇਸ ਮੁਲਕ 'ਚ ਰਹਿ ਰਹੇ ਹੋਵਾਂਗੇ, ਅਸੀਂ ਆਪਣਾ ਕਰੀਅਰ ਕਿਸੇ ਹੋਰ ਮੁਲਕ 'ਚ ਸ਼ੁਰੂ ਕਰਾਂਗੇ, ਅਸੀਂ ਚਾਹੇ US ਜਾਈਏ ਜਾਂ ਅਸੀਂ ਯੂਰਪ ਜਾਈਏ। ਅਤੇ ਇਹ ਜਿਹੜੀ ਸਿਚੁਏਸ਼ਨ ਹੈਗੀ ਹੈ ਇਹ ਕੋਈ ਕੰਟਰੀ ਵਾਸਤੇ ਚੰਗੀ ਨਹੀਂ ਹੈ। ਤੁਸੀਂ ਵੀ ਕੋਈ ਬਹੁਤਾ ਦੇਰ ਨਹੀਂ ਤੁਹਾਨੂੰ ਹੋਈ ਇਸ ਮੁਲਕ 'ਚ ਆਇਆਂ ਨੂੰ, ਅਤੇ ਮੁਲਕ ਇਸੇ ਚੀਜ਼ ਦੇ ਉੱਤੇ ਆਪਣਾ ਫਿਊਚਰ ਜੋੜ ਰਿਹਾ ਕਿ ਸਾਰੀ ਦੁਨੀਆ 'ਚੋਂ ਇਸਨੇ ਇਮੀਗਰੈਂਟ ਬੁਲਾਉਣੇ ਆ, ਅਤੇ ਤੁਸੀਂ ਵੀ ਇੱਕ ਨਵੇਂ ਇਮੀਗਰੈਂਟ ਦੇ ਤੌਰ ਦੇ ਉੱਤੇ ਤੁਹਾਡਾ ਵੈਸੇ ਕੀ ਇੰਪਰੈਸ਼ਨ ਹੈ? ਦੇਖੋ, ਕ੍ਰਾਈਮ ਇੱਕ ਇਹੋ ਜਿਹੀ ਚੀਜ਼ ਹੈ ਵੈਸੇ ਤਾਂ ਕਿ ਹਰ ਬੰਦੇ ਨੂੰ ਪਤਾ ਹੈ ਕਿ ਇਹ ਘੱਟ ਵੱਧ ਹੋ ਸਕਦਾ ਕੰਪੈਰੇਟਿਵਲੀ, ਪਰ ਖ਼ਤਮ ਨਹੀਂ ਹੋ ਸਕਦਾ। ਹਿਸਟਰੀ 'ਚੋਂ ਆਪਾਂ ਕਿਤੇ ਵੀ ਦੇਖ ਲਈਏ ਕਿਸੇ ਵੀ ਪੀਰੀਅਡ 'ਚੋਂ ਕ੍ਰਾਈਮ ਹੋ ਰਿਹਾ ਅਤੇ ਕੋਈ ਵੀ ਤਰ੍ਹਾਂ ਦੀ ਸਰਕਾਰ ਹੈ, ਕੋਈ ਵੀ ਤਰ੍ਹਾਂ ਦੇ ਮੈਥਡਸ ਹੋਣ, ਪਹਿਲਾਂ ਡੈਥ ਪੈਨਲਟੀ ਬੜੀ ਕਾਮਨ ਸੀ, ਹਜੇ ਵੀ ਕੁਛ ਅਰਬ ਦੇਸ਼ਾਂ 'ਚ ਹੈਗੀ ਹੈ, ਪਰ ਕ੍ਰਾਈਮ ਹਰ ਕਿਤੇ ਹੈ। ਪਰ ਜਦੋਂ ਇੱਕ ਇਮੀਗਰੈਂਟ ਸਾਰਾ ਕੁਝ ਛੱਡ ਕੇ ਇੱਕ ਨਵੇਂ ਦੇਸ਼ 'ਚ ਆਉਂਦਾ, ਉਹ ਇਹੀ ਸੋਚਦਾ ਕਿ ਕੰਪੈਰੇਟਿਵਲੀ ਮੈਂ ਆਪਣੀ ਬੈਟਰ ਥਾਂ ਜਾਊਂਗਾ। ਅਤੇ ਹਰ ਚੀਜ਼ ਕੰਪੈਰੀਜ਼ਨ ਅਸੀਂ ਕਰਦੇ ਹਾਂ, ਚਾਹੇ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਸਿਸਟਮ ਬੜਾ ਅੱਛਾ ਹੈ ਕੈਨੇਡਾ, ਨੌਕਰੀਆਂ ਬੈਟਰ ਨੇ, ਇੰਡੀਆ 'ਚ ਨਹੀਂ ਹੈ। ਅਤੇ ਪੰਜਾਬ 'ਚ ਆਪਾਂ ਹੁਣ ਇਹ ਗੱਲ ਬਹੁਤ ਜ਼ਿਆਦਾ ਹੋਣ ਲੱਗ ਗਈ ਪਿਛਲੇ ਸਾਲਾਂ ਸਪੈਸ਼ਲੀ ਕਿ ਕ੍ਰਾਈਮ ਬਹੁਤ ਵੱਧ ਰਿਹਾ, ਨਸ਼ਾ ਬਹੁਤ ਹੈ ਪੰਜਾਬ 'ਚ, ਗੈਂਗਸਟਰ ਬਹੁਤ ਹੋ ਗਏ ਨੇ। ਸੋ ਇਹ ਆਪਾਂ ਜ਼ਰੂਰ ਇੱਕ ਕਹਿ ਲਓ ਧਾਰਨਾ ਬਣਾਈ ਹੋਈ ਹੈ ਕਿ ਕੈਨੇਡਾ ਐਟਲੀਸਟ ਬੈਟਰ ਹੈ, ਚਾਹੇ ਪਰਫੈਕਟ ਨਾ ਵੀ ਹੋਵੇ। ਪਰ ਜਦੋਂ ਮੈਂ ਇਹ ਡੇਟਾ ਸਟੱਡੀ ਕੀਤਾ ਤੇ ਕੈਨੇਡਾ ਕੰਪੈਰੇਟਿਵਲੀ ਨਾ ਸਿਰਫ ਪਿੱਛੇ ਹੈ ਪਰ ਫਰਕ ਬਹੁਤ ਹੀ ਜ਼ਿਆਦਾ ਹੈ, ਜਿਵੇਂ ਕਿ ਆંકੜੇ ਦੱਸਦੇ ਨੇ। ਸੋ ਆਈ ਥਿੰਕ ਇਹ ਇੱਕ ਧਾਰਨਾ ਬਣੀ ਹੋਈ ਹੈ ਕਿ ਕੈਨੇਡਾ ਕ੍ਰਾਈਮ ਦੇ ਹਿਸਾਬ ਨਾਲ ਬਹੁਤ ਸੇਫ ਹੈ, ਪਰ ਮੈਨੂੰ ਲੱਗਦਾ ਬਿਲਕੁਲ ਹੀ ਉਲਟਾ ਹੈ। ਮੈਂ GTA ਵਿੱਚ ਰਹਿ ਰਿਹਾ, ਹਜੇ ਮੈਨੂੰ ਬਹੁਤ ਘੱਟ ਸਮਾਂ ਹੋਇਆ, ਪਰ ਹਰ ਰੋਜ਼ ਜਦੋਂ ਮੈਂ ਦੇਖ ਰਿਹਾ ਕਿ ਪਬਲਿਕ ਟਰਾਂਸਪੋਰਟ ਜਿਹ 'ਚ ਮੈਂ ਆਉਣਾ ਜਾਂਦਾ ਉਹ 'ਚ ਹਰ ਰੋਜ਼ ਅਟੈਕ ਹੋ ਰਹੇ ਨੇ, ਅਤੇ ਇਹੋ ਜਿਹੇ ਹਾਲਾਤ ਤਾਂ ਪੰਜਾਬ 'ਚ ਨਾ ਹੈਗੇ ਆ ਅਤੇ ਉਮੀਦ ਕਰਾਂਗੇ ਨਾ ਹੋਣ। ਸੋ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਧਾਰਨਾ ਬਣੀ ਹੋਈ ਹੈ ਕਿ ਕੈਨੇਡਾ ਸੇਫ ਹੈ, ਆંકੜੇ ਇਹ ਨਹੀਂ ਦੱਸਦੇ। ਪਰ ਇਹ ਬੜਾ ਹੀ ਚਿੰਤਾਜਨਕ ਮਸਲਾ ਹੈ ਕਿਉਂਕਿ ਕੈਨੇਡਾ ਜਿਹੜਾ ਮੁਲਕ ਆਪਣੇ ਆਪ ਨੂੰ ਇਮੀਗਰੈਂਟਸ ਦਾ ਮੁਲਕ ਕਹਿੰਦਾ, ਅਤੇ ਦੁਨੀਆ ਭਰ 'ਚੋਂ ਲੋਕ ਇਸ ਮੁਲਕ 'ਚ ਇਸ ਕਰਕੇ ਆਉਂਦੇ ਨੇ ਕਿ ਇਸ ਮੁਲਕ 'ਚ ਲਾਈਫ ਸੇਫ ਹੈ, ਇੱਥੇ ਕ੍ਰਾਈਮ ਨਹੀਂ ਹੈ, ਇੱਥੇ ਤੁਹਾਨੂੰ ਡਰ ਨਹੀਂ ਹੈ ਕਿ ਤੁਹਾਡੇ ਡਰਾਈਵੇ 'ਚੋਂ ਕੋਈ ਕਾਰ ਚੋਰੀ ਕਰਕੇ ਲੈ ਜਾਏਗਾ, ਜਾਂ ਕਿਤੇ ਗੋਲੀ ਚੱਲੇਗੀ, ਜਾਂ ਤੁਹਾਡੇ ਬੱਚੇ ਨਸ਼ੇ 'ਚ ਫਸ ਜਾਣਗੇ, ਜਾਂ ਤੁਹਾਡੇ ਬੱਚੇ ਗੈਂਗਸਟਰ ਦਾ ਸ਼ਿਕਾਰ ਬਣ ਜਾਣਗੇ। ਪਰ ਜਦੋਂ ਇਹ ਸਾਰਾ ਕੁਛ ਇੱਥੇ ਹੋ ਰਿਹਾ ਤਾਂ ਇਹ ਫਿਕਰਮੰਦੀ ਇਸ ਪੱਖੋਂ ਪੈਦਾ ਕਰ ਰਿਹਾ ਕਿ ਵਾਕਈ ਹੀ ਫਿਊਚਰ 'ਚ ਇਹ ਮੁਲਕ ਆਪਣਾ ਜਿਹੜਾ ਇਮੇਜ ਹੈ ਉਹ ਬਣਾ ਕੇ ਰੱਖ ਸਕੇਗਾ ਕਿ ਇਹ ਦੁਨੀਆ 'ਚ ਇੱਕ ਸੇਫ ਮੁਲਕ ਵਜੋਂ ਜਾਣਿਆ ਜਾਏਗਾ, ਜਾਂ ਇਸ ਦਾ ਹਾਲ ਵੀ ਉਸੇ ਤਰ੍ਹਾਂ ਦਾ ਹੋ ਜਾਏਗਾ ਜਿਵੇਂ ਹੋਰ ਥਰਡ ਵਰਲਡ ਕੰਟਰੀ ਜਿਨ੍ਹਾਂ ਨੂੰ ਕਿਹਾ ਜਾਂਦਾ ਉਸ ਤਰ੍ਹਾਂ ਦੀ ਹਾਲਤ ਇੱਥੇ ਬਣਦੀ ਜਾ ਰਹੀ ਹੈ। ਸੋ ਇਹ ਇੱਕ ਓਪਨ ਸਵਾਲ ਹੈ, ਅਸੀਂ ਇਹਦਾ ਕੋਈ ਹੱਲ ਤਾਂ ਸ਼ਾਇਦ ਕਿਸੇ ਕੋਲ ਨਹੀਂ ਹੈ, ਪਰ ਇਸੇ ਓਪਨ ਸਵਾਲ ਨਾਲ ਗੱਲਬਾਤ ਇੱਥੇ ਖ਼ਤਮ ਕਰਦੇ ਹਾਂ ਕਿ ਕੀ ਮੁਲਕ ਦੀ ਲੀਡਰਸ਼ਿਪ ਕੋਲ ਅਤੇ ਮੁਲਕ ਦੇ ਪਾਲਿਸੀ ਮੇਕਰਜ਼ ਕੋਲ ਇਹਨਾਂ ਸਵਾਲਾਂ ਦਾ ਕੋਈ ਜਵਾਬ ਹੈ ਜਾਂ ਨਹੀਂ।